Welcome, friends. Now we are going to discuss the term software and what are the various types of softwares available. ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਾਡਾ ਵਿਸ਼ਾ ਹੈ ਸੌਫਟਵੇਅਰ ਅਤੇ ਸੌਫਟਵੇਅਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਸਾਡੇ ਕੋਲੇ ਅਵੇਲੇਬਲ ਹੁੰਦੀਆਂ ਹਨ। Software is a set of programs. When it is executed by the device where it is installed, it gives an output. ਸੌਫਟਵੇਅਰ ਕੀ ਹੁੰਦਾ ਹੈ? ਸੌਫਟਵੇਅਰ ਬਹੁਤ ਸਾਰੇ ਪ੍ਰੋਗਰਾਮਾਂ ਦਾ ਇੱਕ ਸਮੂਹ ਹੁੰਦਾ ਹੈ ਜਿਹੜੀ ਡਿਵਾਈਸ ਦੇ ਵਿੱਚ ਇਹ ਇੰਸਟਾਲ ਕੀਤਾ ਹੋਇਆ ਹੁੰਦਾ ਹੈ। ਜਦੋਂ ਉਸ ਡਿਵਾਈਸ ਦੁਆਰਾ ਇਸ ਨੂੰ ਕਾਰਜਸ਼ੀਲ ਕੀਤਾ ਜਾਂਦਾ ਹੈ ਜਾਂ ਰਨ ਕੀਤਾ ਜਾਂਦਾ ਹੈ ਜਾਂ ਚਲਾਇਆ ਜਾਂਦਾ ਹੈ, ਉਸ ਸਮੇਂ ਸੌਫਟਵੇਅਰ ਸਾਨੂੰ ਕੋਈ ਨਾ ਕੋਈ ਆਊਟਪੁੱਟ ਦਿੰਦਾ ਹੈ। Software is a set of programs. Basically, software is a set of more than one program. Software ਇੱਕ ਤੋਂ ਜ਼ਿਆਦਾ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। Now, the term program. Program is a set of instructions. When it is executed, it gives an output. Program ਕੀ ਹੁੰਦਾ ਹੈ? ਪ੍ਰੋਗਰਾਮ ਬਹੁਤ ਸਾਰੀਆਂ ਹਦਾਇਤਾਂ ਦਾ ਸਮੂਹ ਹੁੰਦਾ ਹੈ। ਪ੍ਰੋਗਰਾਮ ਜਦੋਂ ਕੰਪਿਊਟਰ ਸਿਸਟਮ ਦੁਆਰਾ ਜਾਂ ਕਿਸੇ ਡਿਵਾਈਸ ਦੁਆਰਾ ਕਾਰਜਸ਼ੀਲ ਕੀਤਾ ਜਾਂਦਾ ਹੈ ਤਾਂ ਉਹ ਵੀ ਸਾਨੂੰ ਕਿਸੇ ਨਾ ਕਿਸੇ ਕਿਸਮ ਦੀ ਆਊਟਪੁੱਟ ਪ੍ਰਦਾਨ ਕਰਦਾ ਹੈ। Now the question is instruction. Instruction is a command given to the computer system by the user to perform a specific type of operation or task. Instruction ਕੀ ਹੁੰਦੀ ਹੈ? Instruction ਇੱਕ ਕਮਾਂਡ ਹੁੰਦੀ ਹੈ, ਇੱਕ ਹਦਾਇਤ ਹੁੰਦੀ ਹੈ ਜਿਹੜੀ ਯੂਜ਼ਰ ਦੁਆਰਾ ਕੰਪਿਊਟਰ ਸਿਸਟਮ ਨੂੰ ਦਿੱਤੀ ਜਾਂਦੀ ਹੈ ਕਿਸੇ ਖਾਸ ਕੰਮ ਨੂੰ ਪੂਰਾ ਕਰਨ ਲਈ। ਤਾਂ ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਸੌਫਟਵੇਅਰ ਕੀ ਹੁੰਦਾ ਹੈ। ਸੌਫਟਵੇਅਰ ਇਜ਼ ਅ ਸੈਟ ਆਫ ਪ੍ਰੋਗਰਾਮਸ। When it is executed, it gives an output. ਸੌਫਟਵੇਅਰ ਬਹੁਤ ਸਾਰੇ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। ਜਦੋਂ ਸੌਫਟਵੇਅਰ ਕਾਰਜਸ਼ੀਲ ਹੁੰਦਾ ਹੈ, ਐਗਜ਼ੀਕਿਊਟ ਹੁੰਦਾ ਹੈ, ਤਾਂ ਉਦੋਂ ਸਾਨੂੰ ਉਹ ਕੋਈ ਨਾ ਕੋਈ ਰਿਜ਼ਲਟ ਦਿੰਦਾ ਹੈ, ਕੋਈ ਨਾ ਕੋਈ ਆਊਟਪੁੱਟ ਦਿੰਦਾ ਹੈ। ਸੌਫਟਵੇਅਰ ਕਈ ਤਰ੍ਹਾਂ ਦੇ ਸਾਡੇ ਕੰਪਿਊਟਰ ਸਿਸਟਮ ਦੇ ਵਿੱਚ ਇੰਸਟਾਲ ਹੁੰਦੇ ਨੇ। There are lot of software that are installed in our computer system. A system software, application software, a utility software. ਸੌਫਟਵੇਅਰ ਕਈ ਪ੍ਰਕਾਰ ਦੇ ਜਿਹੜੇ ਅਸੀਂ ਆਪਣੇ ਕੰਪਿਊਟਰ ਦੇ ਅੰਦਰ ਇੰਸਟਾਲ ਕਰਦੇ ਹਾਂ, ਉਹਦੇ ਵਿੱਚ ਸਾਡੇ ਕੋਲ ਹੈ ਸਿਸਟਮ ਸੌਫਟਵੇਅਰ, ਯੂਟਿਲਿਟੀ ਸੌਫਟਵੇਅਰ ਐਂਡ ਐਪਲੀਕੇਸ਼ਨ ਸੌਫਟਵੇਅਰ। ਵਿਦਆਊਟ ਅ ਸੌਫਟਵੇਅਰ ਹਾਰਡਵੇਅਰ ਇਜ਼ ਨਥਿੰਗ। ਯਾਨੀ ਕਿ ਸੌਫਟਵੇਅਰ ਤੋਂ ਬਿਨਾਂ ਜਿਹੜਾ ਸਾਡਾ ਹਾਰਡਵੇਅਰ ਹੈ ਉਹ ਕੋਈ ਕੰਮ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਿਸਟਮ ਸੌਫਟਵੇਅਰ ਦੀ। System software is designed to make the hardware run. System software ਨੂੰ ਇਸ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਅਸੀਂ ਆਪਣੇ ਹਾਰਡਵੇਅਰ ਤੋਂ ਕੰਮ ਲੈ ਸਕੀਏ। Most important example of system software is an operating system. System software ਦੀ ਬਹੁਤ ਹੀ ਮਹੱਤਵਪੂਰਨ ਜਿਹੜੀ ਉਦਾਹਰਣ ਹੈ ਸਾਡੇ ਕੋਲੇ ਉਹ ਹੈ ਆਪਰੇਟਿੰਗ ਸਿਸਟਮ। Operating system is a system software that coordinates between the computer and the user. ਜਿਹੜਾ ਆਪਰੇਟਿੰਗ ਸਿਸਟਮ ਹੈ ਇੱਕ ਅਜਿਹਾ ਸਿਸਟਮ ਸੌਫਟਵੇਅਰ ਹੁੰਦਾ ਹੈ ਜਿਹੜਾ ਕੋਆਰਡੀਨੇਟ ਕਰਦਾ ਹੈ, ਤਾਲਮੇਲ ਪੈਦਾ ਕਰਦਾ ਹੈ ਬਿਟਵੀਨ ਦਾ ਕੰਪਿਊਟਰ ਯੂਜ਼ਰ ਐਂਡ ਦਾ ਕੰਪਿਊਟਰ ਹਾਰਡਵੇਅਰ। ਵੀ ਕੈਨ ਸੇ ਆਪਰੇਟਿੰਗ ਸਿਸਟਮ ਐਜ਼ ਅ ਰਿਸੋਰਸ ਮੈਨੇਜਰ। ਅਸੀਂ ਆਪਰੇਟਿੰਗ ਸਿਸਟਮ ਨੂੰ ਐਜ਼ ਅ ਰਿਸੋਰਸ ਮੈਨੇਜਰ ਕੰਸੀਡਰ ਕਰ ਸਕਦੇ ਹਾਂ। As a resource manager, operating system manages the processes that are executed by the computer system, the memory management, the time management. As a resource manager, operating system ਜਿਹੜੀਆਂ ਵੀ processes ਕੰਪਿਊਟਰ ਦੁਆਰਾ ਚਲਾਈਆਂ ਜਾਂਦੀਆਂ ਉਹਨੂੰ ਮੈਨੇਜ ਕਰਦਾ ਹੈ, ਉਹਦੇ ਟਾਈਮ ਨੂੰ ਮੈਨੇਜ ਕਰਦਾ ਹੈ, ਮੈਮਰੀ ਨੂੰ ਮੈਨੇਜ ਕਰਦਾ ਹੈ। As a memory manager, operating system allocates the memory to the processes which are executed by the computer system at a time. The operating system is the most important software installed in the computer system. Without a operating system, computer is nothing. Now, second type of software available is application software. Now the question is application.
application is designed to do a specific task. Basically ਐਪਲੀਕੇਸ਼ਨ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ ਕਿਸੇ ਖਾਸ ਕੰਮ ਨੂੰ ਪੂਰਾ ਕਰਨ ਲਈ. ਐਗਜ਼ਾਮਪਲ, you have a mobile, you have various types of application installed to perform a various types of tasks you want to perform. ਤੁਹਾਨੂੰ ਪਤਾ ਹੀ ਹੈ, ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੈ. ਮੋਬਾਈਲ ਫੋਨ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨਸ ਇੰਸਟਾਲ ਹੁੰਦੀਆਂ. ਹਰ ਐਪਲੀਕੇਸ਼ਨ ਦਾ ਕੋਈ ਨਾ ਕੋਈ ਖਾਸ ਸਾਡੇ ਕੋਲ ਕੰਮ ਹੁੰਦਾ ਹੈ. ਉਸੇ ਤਰ੍ਹਾਂ ਹੀ ਐਪਲੀਕੇਸ਼ਨ ਸਾਫਟਵੇਅਰ ਇਜ਼ ਡਿਜ਼ਾਈਨਡ ਟੂ ਪਰਫਾਰਮ ਅ ਸਪੈਸੀਫਿਕ ਟਾਈਪ ਆਫ operation or task. Basically application software is designed to complete a specific task. That task will be related with the business, that task will be related with the education, that task will be related with the general work you want to do. So basically application software is designed to do a specific kind of operation, specific kind of task. Basically application software is designed for specific purpose. There are several types of application software available. For a typing purpose we have typing tutor. For calculation purpose we have spreadsheet softwares. For word processing we have MS Word. For drawing we use Paint. For drawing a map we use AutoCAD. There are a lot of application software available. Now the final one is utility software. Utility software are designed to optimize, to manage the computer hardware, the device you are using. Utility softwares are designed for troubleshooting. If you have some kind of problem in your hardware, in your computer system, in your device you are using, you use the utility software to rectify that kind of problem. Example of utility software is antivirus program, defragmentation programs. You want to fragment the memory you have in your system. So utility software are designed for troubleshooting purposes, to optimize the speed of your system, to optimize the memory of your system, to optimize the CPU time. For that purpose you use the utility softwares. Now I hope you understand the term software and what are the various types of software available. Thank you very much.